गांव के बासर अफराद ने मुबैना तौर पर मुलाजिम को संगलों से बांधकर इतना तशद्दुद किया कि वो जान की बाजी हार गया। दिन रात डेरे पर करवाते काम, मुबैना तौर पर पूरे ना देते दाम, भूखा रखते गरीब मुलाजिम को सुबह शाम। आखिरकार मुबैना तौर पर संगलों से बांध कर दी गरीब मुलाजिम की जान। किस तरह गांव के वडेरे मुबैना तौर पर अपने मुलाजिम पर ढाते जुल्म के पहाड़, मुबैना तौर पर संगलों से बांध कर कत्ल होने वाले गरीब मुलाजिम की वालिदा और लवाहिकीन ने किए होश रुबा इंकशाफात। इलाके के वडेरों ने एक मुलाजिम पर मुबैना तौर पर जुल्म की इंतहा कर दी। एक शख्स को पहले तो गाय के जो संगलों के साथ बांधा गया और फिर उसको इतना तशद्दुद का निशाना बनाया गया कि वो जान की बाजी हार गया। इस वक्त हम मौजूद हैं उस मजलूम मकतूल के घर और बात करेंगे इस केस की जो मुद्दईया है और मकतूल की जो बहन है कि क्या मामला था, ये कौन लोग हैं जिन्होंने इतना जुल्म किया कि जानवरों से भी बदतर तशद्दुद करके एक जीते जागते इंसान को मार डाला। ਭੈਣ ਜੀ, ਸਭ ਤੋਂ ਪਹਿਲਾਂ ਸਾਨੂੰ ਬੜਾ ਅਫਸੋਸ ਹੈ ਤੁਹਾਡੇ ਭਰਾ ਨੂੰ ਜੋ ਜ਼ੁਲਮ ਹੋਇਆ ਵੇ। ਇਹ ਦੱਸੋ ਕੌਣ ਲੋਕ ਨੇ, ਕਿੰਨੇ ਅਰਸੇ ਤੋਂ ਤੁਹਾਡਾ ਭਰਾ ਉੱਥੇ ਕੰਮ ਕਰ ਰਿਹਾ ਸੀ ਭਰਾ? ਭਾਈ ਮੇਰੇ ਭਾਈ ਨੂੰ 1 ਸਾਲ ਤੇ 8 ਮਹੀਨੇ ਹੋ ਗਏ ਜੀ। ਸਾਲ ਬਾਅਦ ਮੇਰੀ ਅੰਮੀ ਨੇ ਨਾਲ ਰਹਿਣੇ, ਅੰਮੀ ਮੇਰੀ ਨੂੰ ਪਹਿਲਾਂ ਕੁੱਟਿਆ ਮਾਰਿਆ ਨੇ, ਅੰਮੀ ਮੇਰੀ ਨੱਸ ਗਈ, ਬਾਅਦੋਂ ਮੇਰੇ ਅੱਬੂ ਨੂੰ ਮਾਰਿਆ ਨੇ, ਅੱਬੂ ਮੇਰਾ ਵੀ ਭਾਗ ਗਿਆ। ਇਹ ਮੇਰੇ ਭਾਈ ਨੂੰ ਨਾ ਕਾਬੂ ਕਰ ਲਿਆ। ਮੇਰੇ ਭਾਈ ਕੋ ਸਾਰੀ ਦਿਹਾੜੀ ਕੰਮ ਕਰਾਉਂਦੇ ਸਨ, ਰੋਟੀ ਦਿੰਦੇ ਨਹੀਂ ਸਨ। ਕੰਮ ਕਰਾ ਕੇ ਸ਼ਾਮ ਨੂੰ ਸੰਗਲਾਂ ਨਾਲ ਬੰਨ੍ਹ ਦਿੰਦੇ ਸਨ। ਬੰਨ੍ਹ ਕੇ ਤੇ ਸ਼ਾਮ ਨੂੰ ਫਿਰ ਉਹਨੂੰ ਭੁੱਖ ਲੱਗਦੀ ਸੀ ਤੇ ਮੱਝਾਂ ਦਾ ਵੰਡ ਲਿਆਉਂਦਾ, ਵਿੱਚ ਰਸ ਰੂਸ ਹੁੰਦੇ ਨੇ ਤੇ ਨਾਨ ਸੁੱਕੇ ਹੁੰਦੇ, ਭਾਈ ਉਹ ਖਾਂਦਾ ਰਿਹਾ। ਉਹਦੀ ਵਜ੍ਹਾ ਤੋਂ ਇਸ ਤਰ੍ਹਾਂ ਹੋ ਗਿਆ ਤੇ ਸਾਨੂੰ ਦਾਬੇ ਲਾਉਂਦੇ ਸਨ। ਜੇ ਲਿਆਉਂਦਾ ਕਹਿੰਦੇ ਸਨ ਤੇ ਅਸੀਂ ਤੁਹਾਡੇ ਨਾਲ ਉਹ ਜ਼ੁਲਮ ਕਰਾਂਗੇ ਜਿਹੜਾ ਕਿ ਨਾ ਕਦੀ ਕਿਸੇ ਕੀਤਾ ਹੋਵੇ। ਇਹ ਦੱਸੋ ਕਿ ਤੁਸੀਂ ਦੱਸ ਰਹੇ ਹੋ ਕਿ 1 ਸਾਲ ਤੱਕ ਭਾਈ ਉਹਨਾਂ ਕੋਲ ਕੰਮ ਕਰਦਾ ਰਿਹਾ ਤੇ ਇਹ ਤਨਖਾਹ ਦਿੰਦੇ ਸਨ ਜਾਂ ਜਬਰੀ ਕੰਮ ਕਰਾਉਂਦੇ ਸਨ ਜ਼ਬਰਦਸਤੀ? 8000 ਰੁਪਇਆ ਭਾਈ ਦਿੰਦੇ ਸਨ। ਉਹ ਵੀ ਹੁਣ ਜਦੋਂ ਤੇ ਮੇਰੇ ਅਮੀਰ ਹੀ ਚਲੇ ਗਏ ਨੇ, ਉਹਨੂੰ 1 ਰੁਪਇਆ ਨਹੀਂ ਦਿੱਤਾ। ਭੁੱਖਾ ਤੱਸਾ ਉੱਥੇ ਮਾਰ ਕੇ ਉਹਨਾਂ ਸਾਰੀ ਦਿਹਾੜੀ ਕੰਮ ਕਰਾਉਂਦੇ ਨੇ, ਗੋਹੇ ਦਾ ਲਿਬੜਿਆ ਬੁਰੇ ਹਾਲਾਤ ਹੁੰਦੇ ਹੋਏ ਪੈਸਾ। ਕੰਮ ਛੱਡਣ ਦੀ ਕੋਸ਼ਿਸ਼ ਕੀਤੀ ਤੁਹਾਡੇ ਭਰਾ ਨੇ? ਛੱਡਣ ਦੀ ਕੋਸ਼ਿਸ਼ ਕੀਤੀ, ਉਹਨਾਂ ਨਸਣ ਹੀ ਨਹੀਂ ਦਿੱਤਾ, ਉਹਨਾਂ ਅੰਦਰ ਹੀ ਬੰਨੀ ਰੱਖਿਆ। ਕੰਮ ਕਰਾ ਲੈਂਦੇ ਸਨ, ਨਾਲ ਰਹਿੰਦੇ ਸਨ ਸਾਰੀ ਦਿਹਾੜੀ। ਜਿਸਲੇ ਕੰਮ ਕਰਾਉਂਦੇ ਸ਼ਾਮ ਨੂੰ ਲਿਆ ਕੇ ਉਹਨੂੰ ਅੰਦਰ ਤਾੜ ਦਿੰਦੇ ਸਨ, ਸੰਗਲ ਨਾਲ ਇੱਕ ਲੱਤ ਨੂੰ ਪਾ ਕੇ ਤੇ ਬੰਨ੍ਹ ਦਿੰਦੇ। ਜਿੱਲੇ ਉਹਨੂੰ ਭੁੱਖ ਲੱਗਦੀ ਸੀ ਉਸ ਲਈ ਉਹ ਫਿਰ ਕੋਲ ਪਿਆ ਹੁੰਦਾ ਸੀ ਕੋਠ ਕਮਰੇ ਦੇ ਵਿੱਚ ਤੇ ਉਹ ਫੜ ਕੇ ਖਾਣ ਲੱਗ ਪੈਂਦਾ ਸੀ। ਤੇ ਖਾਣਾ ਕੋਈ ਪ੍ਰੋਪਰ ਰੋਟੀ ਸਾਲਨ ਕੋਈ ਨਹੀਂ ਸੀ ਦਿੰਦਾ? ਨਹੀਂ, ਇੱਕ ਟਾਈਮ ਦਿੰਦੇ ਸਨ, ਉਹ ਵੀ ਇੱਕ ਲਿਆ ਦਿੱਤੀ, ਕਦੀ ਲਿਆ ਦਿੱਤੀ, ਕਦੀ ਨਾ ਲਿਆ ਕੇ ਦਿੱਤੀ। ਅੱਛਾ, ਤੇ ਇਹ ਤੁਸੀਂ ਕਦੀ ਕੋਸ਼ਿਸ਼ ਇਹ ਨਹੀਂ ਕੀਤੀ ਕਿ ਪੁਲਿਸ ਤੇ ਜਾਈਏ ਜਾਂ ਦਸੀਏ ਕਿਸੇ ਨੂੰ? ਨਹੀਂ ਭਾਈ, ਅਸੀਂ ਡਰਦੇ ਰਹੇ ਸਨ, ਦਾਬੇ ਲਾਉਂਦੇ ਸਨ, ਅਸੀਂ ਤੁਹਾਡੇ ਨਾਲ ਇੰਜ ਕਰਦਿਆਂ ਇੰਜ ਕਰਦਾ, ਮੈਂ ਪੁਲਿਸ 'ਚ ਲੱਗਾ, ਮੈਂ ਤੁਹਾਨੂੰ ਮੈਂ ਰਾਹ ਲਾ ਦਿਆਂਦਾ, ਤੁਹਾਨੂੰ ਅਜੇ ਕਿਸੇ ਨਾਲ ਵਾਹ ਨਹੀਂ ਪਿਆ ਹੈਗਾ, ਤੁਹਾਨੂੰ ਮੈਂ ਇੰਜ ਕਰ ਦਿਆਂਦਾ, ਉਹ ਕਰਦੇ। ਡਰਦੇ ਅਸੀਂ ਕਿਤੇ ਭਾਈ ਗਏ ਨਹੀਂ ਤੇ। ਅੱਛਾ, ਤੁਹਾਨੂੰ ਉਲਟਾ ਤੁਹਾਨੂੰ ਧਮਕਾਉਂਦੇ ਆ? ਹਾਂਜੀ, ਸਾਨੂੰ ਧਮਕਾਉਂਦੇ ਸਨ। ਜਿਸ ਦਿਨ ਤੁਹਾਡੇ ਭਾਈ ਨੂੰ ਮਾਰਿਆ ਗਿਆ ਹੈ ਕੀ ਵਜ੍ਹਾ ਬਣੀ ਹੈ ਤੇ ਕਿਸ ਤਰ੍ਹਾਂ ਮਾਰਿਆ ਉਹਨਾਂ ਨੇ? ਭਾਈ ਸਾਨੂੰ ਲੈ ਕੇ ਆਏ ਨੇ ਇੱਥੇ ਬੂਹੇ ਅੱਗੇ, ਸਾਡੇ ਅੱਗੇ ਲੈ ਕੇ ਆਏ ਨੇ ਤੇ ਸਾਨੂੰ ਕਹਿੰਦੇ ਨੇ ਜੀ ਅਸੀਂ ਇਹਨੂੰ ਡਾਕਟਰ ਵੱਲ ਲੈ ਤੇ ਗਏ ਸਾਂ ਜੀ, ਤੇ ਅਸੀਂ ਉਹਨੂੰ ਦਵਾਈ ਹੈ ਤੇ ਇਹ ਤੁਹਾਡੀ ਵਜ੍ਹਾ ਤੋਂ ਇਹ ਟੈਨਸ਼ਨ ਲਈ ਖੜਾ, ਬਿਮਾਰ ਹੋਇਆ ਖੜਾ, ਇਹਨੂੰ ਅੰਦਰ ਪਾ ਲਓ ਤੇ ਸਹੀ ਹੋ ਜਾਏਗਾ। ਅੰਦਰ ਅਸੀਂ ਅਜੇ ਚੁੱਕਿਆ ਨਹੀਂ, ਮੋਟਰਸਾਈਕਲ ਤੇ ਬਹਿ ਕੇ ਤੇ ਚਲੇ ਗਏ। ਅਸੀਂ 2 ਜਣੀਆਂ ਹੈਗੀਆਂ, ਅਸੀਂ ਚੁੱਕ ਕੇ ਉਹਨੂੰ ਅੰਦਰ ਪਾਇਆ। ਮੈਂ ਨਾਲੀ ਪੈਂਦਾ ਉੱਥੇ ਅੰਦਰ ਪਾਇਆ ਤਾਂ ਨਾ ਅੱਖਾਂ ਹੀ ਨਹੀਂ ਖੋਲੀਆਂ, ਅੱਖਾਂ ਹੀ ਉਹਨੇ ਬੰਦ ਕੀਤੀ ਰੱਖੀਆਂ, ਮਰਨਾਊ ਕਰਕੇ ਸੱਟ ਗਏ। 3-4 ਘੰਟੇ ਜੀਂਦਾ ਰਿਹਾ, ਉਸ ਤਰ੍ਹਾਂ ਬਾਅਦ ਉਹਨੇ ਸਾਹ ਦੇ ਦਿੱਤੇ। ਤੇ ਕੀ ਉਹਦੇ ਤੋਂ ਮਾਰਿਆ ਕੁੱਟਿਆ ਸਨ ਉਹਨੂੰ ਭੁੱਖਾ ਤਸਾਂ ਨਾਲ ਐਡੇ ਵਿੱਚ ਮੋਰੇ ਹੋਏ ਪੈਸੇ, ਕਿਵੇਂ ਕੋਈ ਮਸਲਾ ਉਹਨੂੰ ਕਰ ਦਿੱਤਾ ਨੇ। ਤੇ ਤੁਹਾਨੂੰ ਪਤਾ ਲੱਗਾ ਕਿ ਕਿਸ ਤਰ੍ਹਾਂ ਮਰਿਆ ਜਾਂ ਪਤਾ ਲੱਗਾ ਮਾਰਿਆ ਉਹਨਾਂ ਨੇ ਸੰਗਲਾਂ ਨਾਲ? ਉਹ ਕਹਿੰਦਾ ਮੇਰਾ ਕਜ਼ਨ ਗਿਆ ਸੀ, ਉਹ ਕਹਿੰਦਾ ਸੀ ਮੈਂ ਗਿਆ 1 ਦਫਾ ਤੋਂ ਸੰਗਲ ਨਾਲ ਬੰਨਿਆ ਤੇ ਕਹਿੰਦਾ ਮੇਰੇ ਤੇ ਬੜਾ ਜ਼ੁਲਮ ਕਰਦੇ ਨੇ, ਮੈਨੂੰ ਚੁੱਕ ਚੁੱਕ ਕੇ ਮਾਰਦੇ ਨੇ, ਗੁੱਜੀਆਂ ਸੱਟਾਂ ਮਾਰਦੇ ਨੇ। ਉਸ ਤਰ੍ਹਾਂ ਨਹੀਂ ਕੋਈ ਮਾਰਿਆ ਨੇ ਤੇ ਭੁੱਖਾ ਨਾਲ ਮੈਂ ਇੰਜ ਹੋਇਆ ਪਿਆ, ਮੈਨੂੰ ਖੁਦਾ ਵਾਸਤੇ ਕਰਕੇ ਇੱਥੋਂ ਕੱਢ ਲਓ। ਤੇ ਉਲਟਾ ਉਹਨੂੰ ਦਾਬੇ ਲਾਉਂਦੇ ਸਨ। यानी कि आप बता रही हैं जो केस की जो मुद्दईया जो बहन है कि उसको संगलों से बांधे रखा, भूखा रखा, मुबैना तौर पर उस पर तशद्दुद का भी निशाना बनाते और आखिर का जब उसकी हालत गैर हो गई तो उसको फिर इनके घर छोड़ गए और फिर वो शख्स अपनी ज़िंदगी की बाजी हार गया। हम यही गुजारिश करेंगे आला अफसरान से, वज़ीर आला पंजाब मरीम नवाज़ साहिबा से, IG पंजाब डॉक्टर उस्मान से और DPO कसूर ईसा वगैरह से कि वो इस केस की तफ्तीश मेरिट पर करें। इंतहाई गरीब लोग हैं, ये इंतहाई गरीब। अब खुद अंदाज़ा कीजिए कि एक शख्स 1 साल तक मुबैना तौर पर जानवरों की तरह जानवर के साथ बांध कर उससे काम लिया जाता रहा और उसको मुबैना तौर पर तशद्दुद का निशाना बनाया जाता रहा। खाने को रोटी नहीं दी जाती थी, वो अपनी जान नहीं छुड़ा सका और जब वो मरने वाला हो गया
तो फिर इनके हवाले करके। शादीशुदा ਸੀ ਤੁਹਾਡਾ ਭਰਾ? ਨਹੀਂ ਭਾਈ ਕੁਆਰਾ ਹੀ ਸੀ ਜੀ। ਕੁਆਰਾ ਸੀ। ਹਾਂਜੀ। ਤੁਸੀਂ ਕਿੰਨੇ ਭੈਣ ਭਾਈ ਹੋ ਭੈਣ ਜੀ? ਅਸੀਂ ਭਾਈ ਦੋ ਭੈਣਾਂ ਸਾਂ ਤੇ 3 ਭਾਈ ਸੀ। 2 ਭਾਈ ਫੌਤ ਹੋ ਗਏ ਨੇ, ਜਿਹੜਾ ਇੱਕ ਹੁਣ ਹੋਇਆ ਤੇ ਇੱਕ ਅੱਗੇ ਤੋਂ ਹੋਇਆ, ਤੇ ਮੈਂ ਇੱਕ ਭੈਣ ਤੇ ਇੱਕ ਭਰਾ ਰਹਿ ਗਿਆ। ਠੀਕ ਹੈ। ਤੇ ਉਹ ਮਸਲਨ ਕਿ ਤੁਹਾਡੀ ਮਾਂ ਜੀ ਉਹਨਾਂ ਕੋਲ ਕਿੰਨਾ ਅਰਸਾ ਕੰਮ ਕਰਦੇ ਰਹੇ ਨੇ? ਅੰਮੀ ਮੇਰੇ ਰੇ 1 ਸਾਲ ਤੋਂ ਕੰਮ ਕਰਦੇ ਰਹੇ ਭਾਈ, ਇਕੱਲੇ ਨੂੰ 8 ਮਹੀਨੇ ਹੋ ਗਏ ਸੀ। ਅੱਛਾ। ਤੇ ਇਹ ਕਿੰਨੇ ਅਰਸੇ ਤੋਂ ਜਾਣਦੇ ਤੁਸੀਂ ਇਹਨਾਂ ਲੋਕਾਂ ਨੂੰ? ਨਹੀਂ ਭਾਈ ਅਸੀਂ ਨਹੀਂ ਜਾਣਦੇ ਸਾਂ, ਕਿਸੇ ਨੇ ਰਖਾਇਆ ਸੀ ਕੰਮ ਤੇ ਉਹ ਅੱਬੂ ਮੇਰੇ ਨਨਾਣ ਪਿਆ ਰੱਖਿਆ 1 ਸਾਲ ਤੇ 8 ਮਹੀਨੇ ਅਸੀਂ ਜਾਣਦੇ, ਸਾਨੂੰ ਨਹੀਂ ਪਤਾ ਵੀ ਇਹ ਕੌਣ ਨੇ ਤੇ ਕੌਣ ਨਹੀਂ। ਸਿਰਫ 8000 ਦਿੱਤਾ ਕੁਝ ਅਰਸਾ? ਹਾਂਜੀ। ਮਾਂ ਮੇਰੇ ਕੋਲ ਕੂੜਾ ਜਾਂਦੇ ਸਨ ਮੱਝਾਂ ਦਾ, ਮਾਲ ਦੀ ਵੇਲੀ ਭਰੀ ਹੋਈ ਸੀ ਤੇ ਅੱਬੂ ਮੇਰੇ ਕੋਲ ਪੱਠੇ ਤੇ ਇਹਦੇ ਕੋਲ ਵੀ ਸਾਰਾ ਕੰਮ ਕਰਾ ਕੇ ਬਾਹਰ ਆਉਂਦੇ ਸੀ। ਚੱਲ ਸੁੱਟ ਕੇ ਭੁੱਖਾ ਤਾਂ ਅੰਮੀ ਮੇਰੀ ਮਾਰਿਆ ਨੂੰ ਉਂਗਲਾਂ। ਅੰਮੀ ਜੀ ਨੂੰ ਵੀ ਮਾਰਿਆ ਨੇ? ਹਾਂਜੀ ਮੇਰੀ ਅੰਮੀ ਨੂੰ ਵੀ ਮਾਰਿਆ ਨਾ, ਉਂਗਲਾਂ ਹੁੰਦੀਆਂ ਇਹ ਟੁੱਟੀਆਂ ਹੋਈਆਂ। ਕਿਸ ਤਰ੍ਹਾਂ ਮਾਰਿਆ ਨੇ? ਅੰਮੀ ਮੇਰੇ ਨੂੰ ਠੁੱਡੇ ਮਾਰੇ ਨੇ, ਗੰਦੀਆਂ ਗਾਲਾਂ ਕੱਢੀਆਂ ਬੇਅਦੀਆਂ, ਜਿਹੜੀਆਂ ਨਾ ਕਦੀ ਕਿਸੇ ਕੱਢੀਆਂ। ਕਿਉਂ? ਕਹਿੰਦੇ ਨੇ ਚੱਲ ਤੂੰ ਕੰਮ ਕਰ, ਫਲਾਣੀਆਂ ਟਮਕਾਰੀਆਂ, ਇਸ ਤਰ੍ਹਾਂ ਦੀਆਂ ਬੜੀਆਂ ਗੰਦੀਆਂ ਗਾਲੀ ਜਾਸਤੇ ਸਾਨੂੰ, ਤਾਂ ਕੋਲ ਅਸੀਂ ਉਹਨਾਂ ਦੇ ਕੁਝ ਕਰ ਨਹੀਂ ਸਕੇ। ਅਸੀਂ ਬਹੁਤ ਗਰੀਬ ਹਾਂ। ਤੇ ਫਿਰ ਜਦੋਂ ਤੁਹਾਡਾ ਭਾਈ ਫੌਤ ਹੋ ਗਿਆ ਉਸ ਤੋਂ ਬਾਅਦ ਤੁਸੀਂ ਪੁਲਿਸ ਵਿੱਚ ਗਏ ਹੋ? ਹਾਂਜੀ ਭਾਈ। ਬੱਚਾ ਦਰਜ ਹੋਇਆ ਤੁਹਾਡਾ? ਹਾਂਜੀ ਉਹ ਇਹ ਕੋਈ ਸਾਹ ਹੈਗੇ ਸੀ ਤੇ ਅਸੀਂ ਹਲਫਲਾਂ ਤੇ ਕਾਂਡ ਕੀਤੀ। ਉੱਥੋਂ ਬੀਬੀ ਬੋਲੀ ਤੇ ਉਹਨੂੰ ਸਾਰਾ ਕੁਝ ਦੱਸਿਆ ਤੇ ਉਹਨੇ ਪੁਲਿਸ ਭੇਜੀ ਤੇ ਸਾਰਾ ਕੁਝ ਉਹਨਾਂ ਦੇ ਮੁਤਾਬਕ ਹੋਇਆ। ਤੇ ਅਸੀਂ ਜਾਣਦੇ ਹਾਂ ਸਾਡੀ ਗੱਲ ਨਹੀਂ ਸੁਣਦੇ, ਉਹਨਾਂ ਦੀ ਸਿਰੋਂ ਸੁਣਦੇ ਨੇ, ਸਾਡੀ ਨਹੀਂ ਸੁਣਦੇ। ਤੁਸੀਂ ਕੀ अपील करना चाहोगे जी इस टाइम जी? हमारी कोशिश होती है आला अफसरान तक ये आवाज़ पहुँचाई जाए अपने इस प्रोग्राम के ज़रिए से। वज़ीर आला पंजाब मरीम नवाज़ साहिबा, जी डॉक्टर उस्मान साहब और आला अफसरान, हम यही चाहते हैं कि उन तक गरीबों की आवाज़ पहुँचे और उनको इंसाफ मिल सके। तो ये अपील कर सकते हो, की कहना चाहोगे जी? सानू इंसाफ ही चाहिए जी। अच्छा। हाँ जी, सानू इंसाफ चाहिए। असी बहुत गरीब हाँ, साढ़े तो बड़े उन्हें जुल्म किए ने, साड़ी किसी सुनी नहीं दी, अख पुक के असी इस काम में टुरे हैं। इस वक्त ये हमारे साथ मौजूद हैं मकतूल के बहनोई और उनसे हम बात करते हैं सारे मामले के हवाले से। ये दसो कि की मामला होया है, इन्ना जुल्म क्यों करते रहे ने तुहाडे सारे घर वाले ते तुहाडे जिहड़ा तुहाडे साले नूं भी मुबैना तौर ते इन्ना जुल्म करदे साहब? साढ़े कोल पैसे बने नहीं, ठीक है। उस बाद इहदी वालदा नूं मारिया ने, ठीक है। वालदा दी सट्टां काफ़ी लग गई, वालदा चली गई, ठीक है। उस तो बाद वालद नूं मारियो ने, वालद भी नस गए। वालद तो बाद इत्थे आ के घरे मैनूं चुकण वास्ते, ठीक है। आंढ गुआंढ ने मैनूं छड़ाया, अगों कहंदे तेनों मरवा देंगे, ही इंज करा देंगे, ये कर देंगे, सानूं बाबा लिया के दे। मैं कही बाबे दा मैनूं पता ही नहीं है, मैं तुहानूं बाबा कित्थों इस टाइम लिया के दें? उस बाद बाबे नूं लभदे फिर बाबा सानूं नहीं लभा, ठीक है। उस बाद फिर मैनूं इन्हां बड़ियां धमकियां दित्तियां ते अल्लाह ताला सबर दे, हिम्मत दे तुहानूं। धमकियां की देंदे सन? धमकियाँ पोस्टमार्टम मरण तो बाद भी उन धमकियाँ देंदे रहे, पोस्टमार्टम कराए तो इंज करा देंगे, ये करा देंगे, वो करा देंगे। एक बोलिया मैं पुलिस 'ਚ लगा, मैं इंज कर देंगा। दूसरा बोलिया मैं पैसे दे के छुट जाऊँगा, तो ना फिर असीं निबड़ लांगे। सर सानूं इंसाफ चाहिए, मेहरबानी। परचे तो बाद धमकियां दा रहे हैं तुहानूं सारे? हाँ जी। की कहंदे पोस्टमार्टम ना कराओ? करवाया तुसां पोस्टमार्टम? जी पोस्टमार्टम कराया। रिपोर्ट आ गई ओहदी? हाँ जी। की है ओहदे च? रिपोर्ट तो कोई शै नहीं दित्ती नहीं जी, झूठी रिपोर्ट भी बनवाई गई है। अगों पुलिस वाले भी नहीं फड़दे पे उन्होंने। सर किसी पासे भी साड़ी नहीं पास पेश चलन नहीं रहा है। पर वही बात आ जाती है कि यहाँ पर अगेन हम किसी पर इल्ज़ाम नहीं लगा रहे, लेकिन हम ये गुजारिश ज़रूर करेंगे कि इन गरीबों की इमदाद भी की जाए और इनके जो इनकी इस केस जो मामला है सारा, इसकी तफ्तीश मेरिट पर की जाए। और तफ्तीश में चीज़ें सामने अगर आती हैं तो डेफिनेटली इन लोगों को इंसाफ ज़रूर मिलना चाहिए। वो ये कहते हैं ना कि जी गुर्बत की वजह से या इन लोगों की कमज़ोरी की वजह से कहीं खुदा ना खासा ऐसा ना हो कि ये बेचारे दरबदर की ठोकरें खाने पर मजबूर हो जाएं। तो हम यही अपने इस प्रोग्राम के तवज्जुह से गुजारिश करेंगे आला अफसरान से कि इस केस की तफ्तीश मेरिट पर हो और इनको इंसाफ दिलाया जाए। इस वक्त जी हमारे साथ मौजूद हैं इस केस के लॉयर मोहम्मद अहमद जोया साहब, एडवोकेट हाई कोर्ट। उनसे हम बात करते हैं इस सारे मामले के हवाले से। जी अहमद साहब बताइएगा ये क्या मैटर है सारा और कानूनी किस तरह से आप लोग हेल्प कर रहे हैं? ये सर फूलनगर से मुल्हिका गांव है, बुंगा बलोचा। वहाँ की एक गरीब मेहनत कश फैमिली है, उनके साथ बड़ा जुल्म की जो है ना वो दास्तान रकम हुई है। गरीब लोग थे, एडवांस में इन्होंने पैसे लिए, बासर अफराद के घर उनकी हवेली पे ये काम करते थे। इनको उन्होंने एडवांस के बाद पेमेंट देना बंद कर दी, जबरी मशक्क़त करवाते रहे और इनके साथ तशद्दुद जुल्म सितम करते रहे।
یہ بیچارے کسی پلیٹ فارم پہ نہیں جا سکے، ان کو بھینسوں کے باڑے میں جانوروں کے ساتھ ان کو باندھے رکھا، جبری مشقت کرتے رہے۔ یہ پوری فیملی جس میں اس کی والدہ، اس کا والد اور یہ جو لڑکا مقتول جو ہے یہ وہاں پہ کام کرتے تھے اور ان کو معاوضہ نہیں دیا جاتا تھا۔ بعض اوقات اتنا تشدد حد سے بڑھ گیا کہ یہ لوگ ان کی جو ہے نا وہ بون جو ہے فریکچر ہوئی، ان کے ساتھ تشدد ہوا، یہ وہاں سے بھاگ نکلے، ان کی والد والدہ یہ وہاں سے بھاگ نکلے اور وہاں پہ یہ مقتول وہاں پہ اکیلا رہ گیا، اور نہ ان سے ان کو ملنے دیا جا رہا تھا، نہ ہی ان سے ان کو ملاقات کرائی جا رہی تھی۔ کام لیتے تھے، کام لینے کے بعد وہاں پہ اس کو باندھ دیتے تھے، اور جب اس کی حالت غیر ہوتی گئی، کھانا پینا اس کو ملتا نہیں تھا، ضرورت سے اس کی اپنا مشقت زیادہ تھی اس کے اوپر، تو جب اس کا آہستہ آہستہ اس کا حالت بگڑنا شروع ہو گئی، 1 سال کے بعد جب اس اسٹیج پہ پہنچ گیا کہ وہ مرگ موت کے قریب چلا گیا، تو وہاں پہ یہ ان کو لے کے یہ جو اپنا بنگا بلوچہ میں محنت کش گھروں ان کے گھر کے باہر ان کو پھینک کے چلے گئے۔ تب ان میں کچھ سانس باقی تھے، 15 پہ کال کی گئی، پولیس موقع پہ آئی اور وہاں پہ جا کے انہوں نے ہاسپٹل پہنچایا، اور وہاں پہ لاہور کے راستے میں جاتے ہوئے اس بندے کی ڈیتھ ہو گئی، اور یہ بڑا ظلم اور ناانصافی ہوئی ہے۔ میں اس غریب فیملی کے ساتھ، اس محنت فیملی کے ساتھ میں اپنے پوری ایفرٹ، اپنے پورے قانون کے ایک دائرہ میں رہتے ہوئے بالکل الحمدللہ بالکل فری ان کی وکالت کا میں نے ذمہ اٹھایا ہے۔ غریب فیملی ہے، ان کے دکھ درد میں ہم ان کو اس طریقے سے بانٹ سکتے ہیں کہ ہم اپنے اپنے حصے کا کام کریں، اور جو میرے حصے کا کام ہے میں الحمدللہ بالکل فری ان کی وکالت کروں گا اور ان کو انصاف دلاؤں گا، اور جہاں تک ممکن ہو سکا بااثر افراد کو کفیل کردار تک پہنچانے میں ان کی ہر طرح کی معاونت کروں گا انشاءاللہ۔